ਅਕਲ ਦੀ ਦੁਕਾਨ, ਜ਼ਿੰਦਗੀ ਦਾ ਸੱਚਾ ਸਬਕ। ਇੱਕ ਛੋਟੇ ਪਿੰਡ ਵਿੱਚ ਗੁਰਦਿਆਲ ਨਾਂ ਦਾ ਬੰਦਾ ਰਹਿੰਦਾ ਸੀ। ਉਹ ਮਿਹਨਤੀ ਸੀ, ਪਰ ਬਹੁਤ ਹੀ ਤਕੜੀ ਸੋਚ ਨਹੀਂ ਰੱਖਦਾ ਸੀ। ਜਿਹੜਾ ਵੀ ਕੰਮ ਵੇਖਦਾ, ਉਸੇ ਵੇਲੇ ਸ਼ੁਰੂ ਕਰ ਦਿੰਦਾ, ਪਰ ਨਾ ਸੋਚਦਾ ਸੀ ਕਿ ਇਹ ਕੰਮ ਉਸਦੇ ਹਿੱਤ ਵਿੱਚ ਹੈ ਜਾਂ ਨਹੀਂ। ਨਤੀਜਾ ਇਹ ਹੁੰਦਾ ਕਿ ਉਸਦੀ ਮਿਹਨਤ ਵੱਧਦੀ, ਪਰ ਹੱਥ ਕੁਝ ਨਹੀਂ ਆਉਂਦਾ। ਇੱਕ ਦਿਨ ਉਹ ਨਿਰਾਸ਼ ਹੋ ਕੇ ਬੈਠਾ ਸੀ। ਪਿੰਡ ਦਾ ਇੱਕ ਬੁੱਢਾ ਫਕੀਰ ਉੱਤੋਂ ਲੰਘਿਆ ਤੇ ਕਿਹਾ, ਮੁੰਡਿਆ, ਤੂੰ ਇੰਨਾ ਉਦਾਸ ਕਿਉਂ ਹੈ? ਗੁਰਦਿਆਲ ਬੋਲਿਆ, ਬਾਬਾ ਜੀ, ਮੈਂ ਸਾਰਾ ਦਿਨ ਮਿਹਨਤ ਕਰਦਾ ਹਾਂ, ਪਰ ਮੇਰੇ ਹੱਥ ਸਦਾ ਖਾਲੀ ਰਹਿੰਦੇ ਹਨ। ਕਦੇ ਕਿਸੇ ਦੀ ਗੱਲ 'ਚ ਆ ਜਾਂਦਾ ਹਾਂ, ਕਦੇ ਗਲਤ ਰਸਤੇ ਲੱਗ ਜਾਂਦਾ ਹਾਂ। ਫਕੀਰ ਮੁਸਕਰਾਇਆ ਤੇ ਕਿਹਾ, ਪੁੱਤਰਾ, ਨੇੜੇ ਹੀ ਇੱਕ ਅਜਿਹੀ ਦੁਕਾਨ ਹੈ ਜਿੱਥੇ ਅਕਲ ਵੇਚੀ ਜਾਂਦੀ ਹੈ। ਜੇ ਤੂੰ ਚਾਹੇ ਤਾਂ ਉੱਥੇ ਜਾ। ਗੁਰਦਿਆਲ ਹੈਰਾਨ ਹੋਇਆ, ਅਕਲ ਵੀ ਕੋਈ ਖਰੀਦਣ ਵਾਲੀ ਚੀਜ਼ ਹੈ? ਫਕੀਰ ਨੇ ਕਿਹਾ, ਹਾਂ ਪੁੱਤਰਾ, ਪਰ ਅਕਲ ਪੈਸਿਆਂ ਨਾਲ ਨਹੀਂ ਮਿਲਦੀ। ਇਸ ਦੀ ਕੀਮਤ ਆਪਣੀ ਗਲਤੀ ਮੰਨਣ ਅਤੇ ਤਜਰਬੇ ਤੋਂ ਸਿੱਖਣ ਨਾਲ ਚੁਕਾਣੀ ਪੈਂਦੀ ਹੈ। ਗੁਰਦਿਆਲ ਉਸ ਅਕਲ ਦੀ ਦੁਕਾਨ ਵੱਲ ਨਿਕਲ ਪਿਆ। ਉੱਥੇ ਗਿਆ ਤਾਂ ਦੇਖਿਆ ਕਿ ਲੋਕ ਆਪਣੀਆਂ ਗਲਤੀਆਂ, ਅਹੰਕਾਰ ਤੇ ਆਲਸ ਛੱਡ ਕੇ ਅਕਲ ਖਰੀਦ ਰਹੇ ਹਨ। ਦੁਕਾਨਦਾਰ ਨੇ ਉਸ ਨੂੰ ਪੁੱਛਿਆ, ਤੈਨੂੰ ਕਿਹੜੀ ਅਕਲ ਚਾਹੀਦੀ ਹੈ? ਛੋਟੀ ਅਕਲ ਜੋ ਸਿਰਫ ਆਪਣੇ ਲਈ ਸੋਚਦੀ ਹੈ, ਜਾਂ ਵੱਡੀ ਅਕਲ ਜੋ ਆਪਣੇ ਨਾਲ ਹੋਰਾਂ ਦਾ ਭਲਾ ਵੀ ਕਰਦੀ ਹੈ? ਗੁਰਦਿਆਲ ਸੋਚ ਵਿੱਚ ਪੈ ਗਿਆ। ਪਹਿਲੀ ਵਾਰੀ ਉਸਨੇ ਧੀਰਜ ਨਾਲ ਫੈਸਲਾ ਕੀਤਾ ਤੇ ਕਿਹਾ, ਮੈਨੂੰ ਵੱਡੀ ਅਕਲ ਚਾਹੀਦੀ ਹੈ। ਦੁਕਾਨਦਾਰ ਹੱਸ ਪਿਆ ਤੇ ਕਿਹਾ, ਇਹ ਲੈ, ਪਰ ਯਾਦ ਰੱਖ, ਅਕਲ ਮਿਲ ਗਈ ਤਾਂ ਇਸ ਦਾ ਸਹੀ ਵਰਤਣਾ ਵੀ ਸਿੱਖਣਾ ਪਵੇਗਾ। ਉਸ ਦਿਨ ਤੋਂ ਗੁਰਦਿਆਲ ਨੇ ਆਪਣੀ ਜ਼ਿੰਦਗੀ ਬਦਲ ਲਈ। ਹੁਣ ਉਹ ਹਰ ਕੰਮ ਕਰਨ ਤੋਂ ਪਹਿਲਾਂ ਸੋਚਦਾ ਸੀ, ਲੋਕਾਂ ਦੀ ਭਲਾਈ ਦਾ ਵੀ ਧਿਆਨ ਰੱਖਦਾ ਸੀ। ਉਸਦੀ ਮਿਹਨਤ ਵੀ ਸਹੀ ਰਸਤੇ ਤੇ ਲੱਗਣ ਲੱਗੀ ਤੇ ਘਰ ਵਿੱਚ ਖੁਸ਼ਹਾਲੀ ਆ ਗਈ। ਸੱਚਾ ਸਬਕ, ਪੈਸਾ ਤੇ ਮਿਹਨਤ ਹਰ ਕਿਸੇ ਕੋਲ ਹੋ ਸਕਦੀ ਹੈ, ਪਰ ਸਹੀ ਰਸਤੇ ਤੇ ਲੱਗਣ ਵਾਲੀ ਅਕਲ ਸਭ ਤੋਂ ਵੱਡੀ ਦੌਲਤ ਹੈ। ਅਕਲ ਖਰੀਦਣ ਦਾ ਅਰਥ ਹੈ ਆਪਣੀਆਂ ਗਲਤੀਆਂ ਤੋਂ ਸਿੱਖਣਾ ਤੇ ਨਵੀਂ ਸੋਚ ਨਾਲ ਅੱਗੇ ਵਧਣਾ। ਜਿਹੜਾ ਬੰਦਾ ਆਪਣੀ ਸੋਚ ਬਦਲ ਲੈਂਦਾ ਹੈ, ਉਹ ਆਪਣੀ ਪੂਰੀ ਜ਼ਿੰਦਗੀ ਬਦਲ ਲੈਂਦਾ ਹੈ। ਅਕਲ ਦੀ ਦੁਕਾਨ। ਗੁਰਦਿਆਲ ਨੇ ਜਦੋਂ ਵੱਡੀ ਅਕਲ ਖਰੀਦੀ ਤਾਂ ਉਸਦੀ ਜ਼ਿੰਦਗੀ ਵਿੱਚ ਛੋਟੇ-ਛੋਟੇ ਪਰ ਵੱਡੇ ਬਦਲਾਅ ਆਉਣ ਲੱਗੇ। ਪਹਿਲਾਂ ਉਹ ਜਿਹੜਾ ਵੀ ਕੰਮ ਵੇਖਦਾ, ਤੁਰੰਤ ਲੱਗ ਪੈਂਦਾ ਸੀ। ਹੁਣ ਉਹ ਪਹਿਲਾਂ ਸੋਚਦਾ ਸੀ, ਇਹ ਕੰਮ ਮੇਰੇ ਲਈ ਕਿੰਨਾ ਲਾਭਕਾਰੀ ਹੈ? ਕੀ ਇਸ ਨਾਲ ਕਿਸੇ ਹੋਰ ਦਾ ਨੁਕਸਾਨ ਤਾਂ ਨਹੀਂ? ਤੇ ਕੀ ਇਹ ਕੰਮ ਮੇਰੀ ਜ਼ਿੰਦਗੀ ਦੇ ਲੰਮੇ ਟੀਚਿਆਂ ਨਾਲ ਮਿਲਦਾ ਹੈ? ਇਸ ਸੋਚ ਨਾਲ ਉਸਦੀ ਬੇਫਾਇਦਾ ਮਿਹਨਤ ਰੁਕ ਗਈ। ਪਿੰਡ ਵਿੱਚ ਬਦਲਾਅ। ਇੱਕ ਵਾਰੀ ਪਿੰਡ ਵਿੱਚ ਸੋਕਾ ਪੈ ਗਿਆ। ਲੋਕ ਪਾਣੀ ਲਈ ਤਰਸ ਰਹੇ ਸਨ। ਪਿੰਡ ਵਾਲੇ ਆਪੋ ਵਿਚਾਰ ਕਰਨ ਲੱਗੇ ਕਿ ਕੀ ਕੀਤਾ ਜਾਵੇ, ਪਰ ਕਿਸੇ ਕੋਲ ਠੀਕ ਹੱਲ ਨਹੀਂ ਸੀ। ਗੁਰਦਿਆਲ ਨੇ ਵੱਡੀ ਅਕਲ ਵਰਤੀ। ਉਸਨੇ ਕਿਹਾ, ਜੇ ਅਸੀਂ ਸਭ ਇਕੱਠੇ ਹੋਈਏ, ਹਰ ਘਰੋਂ ਇੱਕ ਮਿੱਟੀ ਦਾ ਘੜਾ ਲਿਆਈਏ ਤੇ ਖਾਲੀ ਪਈ ਜੋਹੜੀ ਨੂੰ ਪਾਣੀ ਨਾਲ ਭਰਦੇ ਰਹੀਏ, ਤਾਂ ਪਿੰਡ ਨੂੰ ਕਦੇ ਤਰਾਸ਼ਾ ਨਹੀਂ ਹੋਵੇਗਾ। ਲੋਕ ਪਹਿਲਾਂ ਹੱਸੇ, ਪਰ ਜਦੋਂ ਉਸਦੀ ਸੱਚਾਈ ਤੇ ਸੋਚ ਵੇਖੀ, ਤਾਂ ਸਾਰੇ ਸਹਿਮਤ ਹੋ ਗਏ। ਕੁਝ ਹੀ ਦਿਨਾਂ ਵਿੱਚ ਪਿੰਡ ਦੀ ਜੋਹੜੀ ਪਾਣੀ ਨਾਲ ਭਰ ਗਈ। ਗੁਰਦਿਆਲ ਦੀ ਇੱਜ਼ਤ। ਹੁਣ ਪਿੰਡ ਵਿੱਚ ਲੋਕ ਉਸਦੀ ਇੱਜ਼ਤ ਕਰਨ ਲੱਗੇ। ਪਹਿਲਾਂ ਜੋ ਉਸਨੂੰ ਨਿਕੰਮਾ ਕਹਿੰਦੇ ਸਨ, ਹੁਣ ਸਲਾਹ ਲੈਣ ਆਉਂਦੇ। ਗੁਰਦਿਆਲ ਨੇ ਸਿੱਖ ਲਿਆ ਕਿ ਅਕਲ ਨਾਲ ਕੰਮ ਕਰਨ ਨਾਲ ਨਾ ਸਿਰਫ ਆਪਣੀ, ਸਗੋਂ ਹੋਰਾਂ ਦੀ ਜ਼ਿੰਦਗੀ ਵੀ ਸੁਧਾਰੀ ਜਾ ਸਕਦੀ ਹੈ। ਗੁਰਦਿਆਲ ਦੀ ਅਕਲ ਨਾਲ ਪਿੰਡ ਖੁਸ਼ਹਾਲ ਹੋਣ ਲੱਗ ਪਿਆ। ਪਰ ਕਹਾਣੀ ਇੱਥੇ ਖਤਮ ਨਹੀਂ ਹੋਈ। ਨਵਾਂ ਇਮਤਿਹਾਨ। ਇੱਕ ਦਿਨ ਪਿੰਡ ਵਿੱਚ ਇੱਕ ਅਜਨਬੀ ਵਪਾਰੀ ਆਇਆ। ਉਸਨੇ ਲੋਕਾਂ ਨੂੰ ਕਿਹਾ, ਮੈਂ ਤੁਹਾਨੂੰ ਦੋਗੁਣਾ ਮੁਨਾਫਾ ਦੇਵਾਂਗਾ, ਬਸ ਆਪਣੀ ਫਸਲ ਮੇਰੇ ਹਵਾਲੇ ਕਰ ਦਿਓ। ਲੋਕ ਲਾਲਚ ਵਿੱਚ ਆ ਗਏ। ਉਹ ਸੋਚਣ ਲੱਗੇ, ਬਿਨਾਂ ਮਿਹਨਤ ਦੋਗੁਣਾ ਲਾਭ, ਇਹ ਤਾਂ ਸੋਨੇ ਦਾ ਮੌਕਾ ਹੈ। ਪਰ ਗੁਰਦਿਆਲ ਨੇ ਆਪਣੀ ਅਕਲ ਦੀ ਦੁਕਾਨ ਵਾਲੀ ਸਿੱਖਿਆ ਯਾਦ ਕੀਤੀ। ਉਸਨੇ ਕਿਹਾ, ਸੋਚੋ ਜੀ, ਜੇ ਇਹ ਵਪਾਰੀ ਇੰਨਾ ਚੰਗਾ ਹੈ ਤਾਂ ਸਾਡੀ ਭਲਾਈ ਮੁਫਤ ਵਿੱਚ ਕਿਉਂ ਕਰ ਰਿਹਾ ਹੈ? ਪਿੱਛੇ ਕੋਈ ਨਾ ਕੋਈ ਚਲਾਕੀ ਜ਼ਰੂਰ ਹੈ। ਲੋਕਾਂ ਨੇ ਪਹਿਲਾਂ ਗੁਰਦਿਆਲ ਦੀ ਗੱਲ ਨੂੰ ਹੱਸ ਕੇ ਟਾਲ ਦਿੱਤਾ, ਪਰ ਗੁਰਦਿਆਲ ਨੇ ਧੀਰਜ ਨਾਲ ਵਪਾਰੀ ਦੇ ਹਿਸਾਬ ਕਿਤਾਬ ਦੀ ਜਾਂਚ ਕੀਤੀ। ਉਸਨੂੰ ਪਤਾ ਲੱਗਿਆ ਕਿ ਵਪਾਰੀ ਝੂਠ ਬੋਲ ਰਿਹਾ ਸੀ। ਉਹ ਫਸਲ ਸਸਤੀ ਖਰੀਦ ਕੇ ਹੋਰ ਸ਼ਹਿਰ ਵਿੱਚ ਮਹਿੰਗੀ ਵੇਚਣ ਦਾ ਧੋਖਾ ਦੇ ਰਿਹਾ ਸੀ। ਜਦੋਂ ਗੁਰਦਿਆਲ ਨੇ ਇਹ ਸੱਚ ਸਭ ਦੇ ਸਾਹਮਣੇ ਰੱਖਿਆ, ਤਾਂ ਪਿੰਡ ਵਾਲੇ ਹੱਕੇ ਬੱਕੇ ਰਹਿ ਗਏ। ਉਹਨਾਂ ਨੇ ਗੁਰਦਿਆਲ ਦਾ ਧੰਨਵਾਦ ਕੀਤਾ, ਜੇ ਤੂੰ ਨਾ ਹੁੰਦਾ ਤਾਂ ਅਸੀਂ ਆਪਣੀ ਸਾਲ ਦੀ ਮਿਹਨਤ ਗਵਾ ਬੈਠਦੇ। ਗੁਰਦਿਆਲ ਦਾ ਦਰਜਾ। ਹੁਣ ਲੋਕ ਉਸਨੂੰ ਸਿਰਫ ਇੱਜ਼ਤ ਨਹੀਂ ਦਿੰਦੇ ਸਨ, ਸਗੋਂ ਉਸਨੂੰ ਪਿੰਡ ਦਾ ਮੁਰਬੀ, ਸਲਾਹਕਾਰ ਮੰਨਣ ਲੱਗੇ। ਜਿੱਥੇ ਵੀ ਕੋਈ ਫੈਸਲਾ ਲੈਣਾ ਹੁੰਦਾ, ਪਹਿਲਾਂ ਗੁਰਦਿਆਲ ਦੀ ਸਲਾਹ ਲਈ ਜਾਂਦੀ ਸੀ। ਸਭ ਤੋਂ ਵੱਡਾ ਸਬਕ। ਇੱਕ ਦਿਨ ਗੁਰਦਿਆਲ ਆਪ ਹੀ ਉਸੇ ਬੁੱਢੇ ਫਕੀਰ ਕੋਲ ਗਿਆ,
ਜਿਸਨੇ ਉਸ ਨੂੰ ਅਕਲ ਦੀ ਦੁਕਾਨ ਦਾ ਰਾਹ ਦਿਖਾਇਆ ਸੀ। ਉਸਨੇ ਹੱਥ ਜੋੜ ਕੇ ਕਿਹਾ, ਬਾਬਾ ਜੀ, ਤੁਸੀਂ ਮੇਰੀ ਜ਼ਿੰਦਗੀ ਬਦਲ ਦਿੱਤੀ। ਮੈਂ ਅਕਲ ਖਰੀਦ ਲਈ। ਫਕੀਰ ਹੱਸਿਆ ਤੇ ਕਿਹਾ, ਪੁੱਤਰਾ, ਯਾਦ ਰੱਖ, ਅਕਲ ਦੀ ਦੁਕਾਨ ਸਿਰਫ ਇੱਕ ਵਾਰ ਨਹੀਂ ਖੁੱਲਦੀ। ਇਹ ਹਰ ਦਿਨ, ਹਰ ਗਲਤੀ ਤੇ ਹਰ ਤਜਰਬੇ ਵਿੱਚ ਖੁੱਲਦੀ ਹੈ। ਜੋ ਹਰ ਰੋਜ਼ ਆਪਣੀ ਗਲਤੀ ਤੋਂ ਸਿੱਖਦਾ ਹੈ, ਉਹ ਹਰ ਰੋਜ਼ ਨਵੀਂ ਅਕਲ ਖਰੀਦਦਾ ਹੈ। ਗੁਰਦਿਆਲ ਦੀਆਂ ਅੱਖਾਂ ਭਰ ਆਈਆਂ। ਉਸਨੇ ਸਮਝ ਲਿਆ ਕਿ ਅਕਲ ਕੋਈ ਚੀਜ਼ ਨਹੀਂ, ਇੱਕ ਯਾਤਰਾ ਹੈ ਜੋ ਜ਼ਿੰਦਗੀ ਭਰ ਚੱਲਦੀ ਹੈ। ਸੱਚਾ ਸਬਕ ਲਾਲਚ, ਜਲਦਬਾਜ਼ੀ ਤੇ ਅਹੰਕਾਰ, ਇਹ ਸਭ ਅਕਲ ਦੇ ਵੈਰੀ ਹਨ। ਜੋ ਮਨੁੱਖ ਆਪਣੇ ਤਜਰਬਿਆਂ ਤੋਂ ਸਿੱਖਦਾ ਹੈ, ਉਹ ਹਮੇਸ਼ਾ ਦੂਜਿਆਂ ਤੋਂ ਇੱਕ ਕਦਮ ਅੱਗੇ ਰਹਿੰਦਾ ਹੈ। ਜ਼ਿੰਦਗੀ ਦੀ ਸਭ ਤੋਂ ਵੱਡੀ ਦੌਲਤ ਸੋਨਾ ਚਾਂਦੀ ਨਹੀਂ, ਸਗੋਂ ਅਕਲ ਅਤੇ ਸਹੀ ਸੋਚ ਹੈ। ਗੁਰਦਿਆਲ ਦੀ ਅਕਲ ਨਾਲ ਪਿੰਡ ਦੀ ਹਾਲਤ ਬਦਲ ਗਈ ਸੀ। ਪਰ ਜ਼ਿੰਦਗੀ ਹਮੇਸ਼ਾ ਇਮਤਿਹਾਨ ਲੈਂਦੀ ਹੈ। ਅਹੰਕਾਰ ਦਾ ਇਮਤਿਹਾਨ। ਜਦੋਂ ਗੁਰਦਿਆਲ ਦੀ ਇੱਜ਼ਤ ਵਧਣ ਲੱਗੀ, ਲੋਕ ਉਸ ਨੂੰ ਵੱਡਾ ਮਾਨ ਦੇਣ ਲੱਗੇ। ਕੁਝ ਹੀ ਸਮੇਂ 'ਚ ਉਸਦੇ ਮਨ ਵਿੱਚ ਵੀ ਅਹੰਕਾਰ ਜਾਗਿਆ। ਉਸਨੇ ਸੋਚਿਆ, ਹੁਣ ਤਾਂ ਮੇਰੇ ਬਿਨਾਂ ਪਿੰਡ ਚੱਲ ਹੀ ਨਹੀਂ ਸਕਦਾ। ਮੈਂ ਜੋ ਕਹਾਂਗਾ, ਉਹੀ ਹੋਵੇਗਾ। ਇਹੀ ਸੋਚ ਇੱਕ ਵੱਡੀ ਗਲਤੀ ਦਾ ਕਾਰਨ ਬਣੀ। ਗਲਤ ਫੈਸਲਾ। ਇੱਕ ਵਾਰ ਪਿੰਡ ਦੇ ਲੋਕਾਂ ਨੇ ਪੁੱਛਿਆ ਕਿ ਨਵੀਂ ਫਸਲ ਕਿਹੜੀ ਬੋਈਏ। ਬਹੁਤ ਸਾਰੇ ਕਿਸਾਨਾਂ ਨੇ ਕਿਹਾ, ਇਸ ਵਾਰੀ ਮੌਸਮ ਸੁੱਕਾ ਲੱਗ ਰਿਹਾ ਹੈ, ਚਲੋ ਬਾਜਰਾ ਬੋਈਏ, ਜੋ ਘੱਟ ਪਾਣੀ ਵਿੱਚ ਵੀ ਉੱਗ ਜਾਂਦਾ ਹੈ। ਪਰ ਗੁਰਦਿਆਲ ਨੇ ਅਹੰਕਾਰ ਵਿੱਚ ਕਿਹਾ, ਨਹੀਂ, ਮੈਂ ਕਹਿੰਦਾ ਹਾਂ ਕਿ ਗੇਹੂੰ ਹੀ ਬੋਵੋ। ਮੇਰੀ ਅਕਲ ਹੁਣ ਤੱਕ ਹਮੇਸ਼ਾ ਸਹੀ ਨਿਕਲੀ ਹੈ। ਲੋਕਾਂ ਨੇ ਉਸਦੀ ਇੱਜ਼ਤ ਕਰਦਿਆਂ ਉਸਦੀ ਗੱਲ ਮੰਨ ਲਈ। ਪਰ ਨਤੀਜਾ, ਮੌਸਮ ਸੁੱਕਾ ਪੈ ਗਿਆ ਤੇ ਗੇਹੂੰ ਦੀ ਫਸਲ ਸੁੱਕ ਗਈ। ਪਿੰਡ ਨੂੰ ਵੱਡਾ ਨੁਕਸਾਨ ਝੱਲਣਾ ਪਿਆ। ਗੁਰਦਿਆਲ ਦਾ ਜਾਗਣਾ। ਗੁਰਦਿਆਲ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਸਨੇ ਸਭ ਦੇ ਸਾਹਮਣੇ ਕਿਹਾ, ਮੇਰੀ ਅਕਲ ਸਹੀ ਸੀ, ਪਰ ਮੇਰਾ ਅਹੰਕਾਰ ਗਲਤ ਸੀ। ਮੈਂ ਆਪਣਾ ਸਬਕ ਸਿੱਖ ਲਿਆ। ਅਕਲ ਉਸੇ ਵੇਲੇ ਕਾਮਯਾਬ ਹੁੰਦੀ ਹੈ ਜਦੋਂ ਉਸ ਵਿੱਚ ਨਿਮਰਤਾ ਤੇ ਸੱਚਾਈ ਹੋਵੇ। ਪਿੰਡ ਵਾਲੇ ਨਾਰਾਜ਼ ਨਹੀਂ ਹੋਏ। ਉਹਨਾਂ ਨੇ ਕਿਹਾ, ਗਲਤੀ ਹਰ ਮਨੁੱਖ ਤੋਂ ਹੁੰਦੀ ਹੈ, ਪਰ ਆਪਣੀ ਗਲਤੀ ਮੰਨਣ ਵਾਲਾ ਹੀ ਅਸਲ ਵਿੱਚ ਵੱਡਾ ਹੁੰਦਾ ਹੈ। ਸਭ ਤੋਂ ਵੱਡੀ ਸਿੱਖਿਆ। ਗੁਰਦਿਆਲ ਵਾਪਸ ਉਸੇ ਫਕੀਰ ਕੋਲ ਗਿਆ। ਉਸਨੇ ਪੁੱਛਿਆ, ਬਾਬਾ ਜੀ, ਮੈਂ ਅਕਲ ਤਾਂ ਖਰੀਦ ਲਈ ਸੀ, ਪਰ ਫਿਰ ਵੀ ਗਲਤੀ ਕਿਵੇਂ ਹੋ ਗਈ? ਫਕੀਰ ਮੁਸਕਰਾਇਆ ਤੇ ਕਿਹਾ, ਪੁੱਤਰਾ, ਅਕਲ ਵੀ ਉਸੇ ਵੇਲੇ ਜਿੰਦੀ ਹੈ ਜਦੋਂ ਉਸਦੇ ਨਾਲ ਨਿਮਰਤਾ ਹੋਵੇ। ਜੇ ਅਕਲ ਨਾਲ ਅਹੰਕਾਰ ਜੁੜ ਗਿਆ, ਤਾਂ ਉਹ ਆਨੀ ਹੋ ਜਾਂਦੀ ਹੈ। ਯਾਦ ਰੱਖ, ਸੱਚੀ ਅਕਲ ਉਹੀ ਹੈ ਜੋ ਆਪਣੀ ਗਲਤੀ ਮੰਨ ਸਕੇ। ਗੁਰਦਿਆਲ ਦੀਆਂ ਅੱਖਾਂ ਨਮੀ ਨਾਲ ਭਰ ਗਈਆਂ। ਹੁਣ ਉਸਨੇ ਸਮਝ ਲਿਆ ਕਿ ਅਕਲ ਦੀ ਦੁਕਾਨ ਕਦੇ ਖਤਮ ਨਹੀਂ ਹੁੰਦੀ। ਹਰ ਦਿਨ, ਹਰ ਗਲਤੀ, ਹਰ ਇਮਤਿਹਾਨ ਇੱਕ ਨਵੀਂ ਅਕਲ ਖਰੀਦਣ ਦਾ ਮੌਕਾ ਹੁੰਦਾ ਹੈ। ਅਹੰਕਾਰ ਦਾ ਸਬਕ ਸਿੱਖਣ ਤੋਂ ਬਾਅਦ ਗੁਰਦਿਆਲ ਹੋਰ ਵੀ ਨਿਮਰ ਹੋ ਗਿਆ। ਹੁਣ ਉਹ ਹਰ ਕੰਮ ਕਰਨ ਤੋਂ ਪਹਿਲਾਂ ਸਿਰਫ ਆਪਣੀ ਨਹੀਂ, ਸਗੋਂ ਹੋਰਾਂ ਦੀ ਵੀ ਸਲਾਹ ਲੈਂਦਾ ਸੀ। ਇੱਕ ਦਿਨ ਪਿੰਡ ਵਿੱਚ ਇੱਕ ਵੱਡੀ ਸਮੱਸਿਆ ਆਈ। ਦਰਿਆ ਦਾ ਪਾਣੀ ਖੇਤਾਂ ਵਿੱਚ ਵਗਣ ਲੱਗਾ ਤੇ ਸਾਰੀ ਫਸਲ ਡੁੱਬਣ ਦਾ ਖਤਰਾ ਬਣ ਗਿਆ। ਲੋਕ ਘਬਰਾਏ ਹੋਏ ਸਨ। ਕਿਸੇ ਨੇ ਕਿਹਾ, ਆਓ ਮਿੱਟੀ ਦੇ ਬੰਨ ਬਣਾਈਏ। ਦੂਜੇ ਨੇ ਕਿਹਾ, ਨਹੀਂ, ਪਿੰਡ ਛੱਡ ਦੇਵਾਂ। ਲੋਕਾਂ ਵਿੱਚ ਝਗੜਾ ਸ਼ੁਰੂ ਹੋ ਗਿਆ। ਗੁਰਦਿਆਲ ਦੀ ਸੋਚ। ਗੁਰਦਿਆਲ ਨੇ ਸਭ ਨੂੰ ਸ਼ਾਂਤ ਕੀਤਾ ਤੇ ਕਿਹਾ, ਜੇ ਅਸੀਂ ਵੰਡੇ ਰਹੇ ਤਾਂ ਹਾਰ ਜਾਵਾਂਗੇ। ਆਓ ਅਕਲ ਨਾਲ ਕੰਮ ਕਰੀਏ। ਪਾਣੀ ਰੋਕਣਾ ਵੀ ਹੈ ਤੇ ਖੇਤਾਂ ਨੂੰ ਬਚਾਉਣਾ ਵੀ। ਚਲੋ ਮਿਲ ਕੇ ਮਜ਼ਬੂਤ ਪੱਥਰਾਂ ਦਾ ਬੰਨ ਬਣਾਈਏ ਤੇ ਇੱਕ ਨਵੀਂ ਨਹਿਰ ਵੀ ਕੱਢੀਏ, ਤਾਂ ਜੋ ਪਾਣੀ ਵਿਅਰਥ ਨਾ ਜਾਵੇ। ਲੋਕਾਂ ਨੇ ਉਸ ਦੀ ਗੱਲ ਮੰਨ ਲਈ। ਸਾਰਾ ਪਿੰਡ ਇਕੱਠਾ ਹੋਇਆ ਤੇ ਇੱਕ ਰਾਤ ਵਿੱਚ ਬੰਨ ਬਣ ਗਿਆ। ਪਾਣੀ ਬਚ ਗਿਆ, ਖੇਤ ਬਚ ਗਏ ਤੇ ਨਹਿਰ ਦੇ ਕਾਰਨ ਖੇਤੀ ਹੋਰ ਵਧੀਆ ਹੋ ਗਈ। ਪਿੰਡ ਦਾ ਰੂਪ ਬਦਲ ਗਿਆ। ਕੁਝ ਸਾਲਾਂ ਵਿੱਚ ਗੁਰਦਿਆਲ ਦੀ ਅਕਲ ਨਾਲ ਪਿੰਡ ਇਲਾਕੇ ਦਾ ਸਭ ਤੋਂ ਖੁਸ਼ਹਾਲ ਪਿੰਡ ਬਣ ਗਿਆ। ਹੋਰ ਪਿੰਡਾਂ ਦੇ ਲੋਕ ਵੀ ਆ ਕੇ ਗੁਰਦਿਆਲ ਤੋਂ ਸਲਾਹ ਲੈਂਦੇ ਸਨ। ਪਰ ਗੁਰਦਿਆਲ ਹਮੇਸ਼ਾ ਕਹਿੰਦਾ ਸੀ, ਇਹ ਮੇਰੀ ਅਕਲ ਨਹੀਂ, ਇਹ ਤਾਂ ਉਹ ਅਕਲ ਦੀ ਦੁਕਾਨ ਹੈ, ਜਿੱਥੋਂ ਮੈਂ ਹਰ ਦਿਨ ਸਿੱਖਦਾ ਹਾਂ। ਫਕੀਰ ਦੀ ਆਖਰੀ ਸਿੱਖਿਆ। ਇੱਕ ਦਿਨ ਬੁੱਢਾ ਫਕੀਰ ਵਾਪਸ ਪਿੰਡ ਆਇਆ। ਗੁਰਦਿਆਲ ਉਸ ਦੇ ਪੈਰਾਂ ਵਿੱਚ ਡਿੱਗ ਪਿਆ ਤੇ ਕਿਹਾ, ਬਾਬਾ ਜੀ, ਮੈਂ ਤੁਹਾਡਾ ਕਰਜ਼ਦਾਰ ਹਾਂ। ਤੁਸੀਂ ਮੇਰੀ ਜ਼ਿੰਦਗੀ ਬਦਲ ਦਿੱਤੀ। ਫਕੀਰ ਨੇ ਮੁਸਕਰਾ ਕੇ ਕਿਹਾ, ਪੁੱਤਰਾ, ਅਸਲ ਅਕਲ ਮੇਰੇ ਕੋਲ ਨਹੀਂ ਸੀ, ਤੇਰੇ ਅੰਦਰ ਹੀ ਸੀ। ਮੈਂ ਸਿਰਫ ਤੈਨੂੰ ਉਸ ਦੁਕਾਨ ਦਾ ਰਸਤਾ ਦਿਖਾਇਆ, ਜਿੱਥੇ ਤਜਰਬਾ ਤੇ ਗਲਤੀਆਂ ਮਨੁੱਖ ਨੂੰ ਸਹੀ ਰਾਹ ਸਿਖਾਉਂਦੀਆਂ ਹਨ। ਗੁਰਦਿਆਲ ਦੀਆਂ ਅੱਖਾਂ ਚਮਕ ਪਈਆਂ। ਉਸਨੇ ਸਮਝ ਲਿਆ ਕਿ ਜ਼ਿੰਦਗੀ ਹੀ ਅਸਲ ਅਕਲ ਦੀ ਦੁਕਾਨ ਹੈ। ਹਰ ਦਿਨ, ਹਰ ਇਮਤਿਹਾਨ, ਹਰ ਗਲਤੀ ਤੇ ਹਰ ਸਫਲਤਾ, ਇਹ ਸਭ ਉਸ ਦੁਕਾਨ ਦੇ ਸਾਮਾਨ ਹਨ।
ਅੰਤਿਮ ਸੱਚਾ ਸਬਕ ਅਕਲ ਕਿਸੇ ਇੱਕ ਜਗ੍ਹਾ ਤੋਂ ਨਹੀਂ ਮਿਲਦੀ, ਇਹ ਹਰ ਰੋਜ਼ ਦੇ ਤਜਰਬਿਆਂ ਤੋਂ ਬਣਦੀ ਹੈ। ਜੋ ਮਨੁੱਖ ਆਪਣੀਆਂ ਗਲਤੀਆਂ ਤੋਂ ਸਿੱਖਦਾ ਹੈ, ਉਹ ਕਦੇ ਹਾਰਦਾ ਨਹੀਂ। ਸਹੀ ਸੋਚ, ਨਿਮਰਤਾ ਤੇ ਮਿਲਜੁਲ ਇਹੀ ਸਾਡੀ ਅਸਲ ਦੌਲਤ ਹੈ।